Now next article is equation of the line of action of the single resultant force. की करना है जेड़ा अपने कोल रिजल्टेंट है ओदी इक्वेशन असी फाइंड करनी है जेड़ा ए सिस्टम ऑफ फोर्सेस दा असी क्योंकि प्रीवियस वीडियो दे विच प्रीवियस आर्टिकल दे विच पढ़िया कि जिन्नियां भी सिस्टम ऑफ फोर्सेस हैगियां ने इस आर्टिकल दे विच असी पढ़िया सीगा कि जिन्नियां भी सिस्टम ऑफ फोर्सेस हैगियां ने उन्हां नूं असी रिड्यूस कर सकते हैं एक फोर्स दे विच और नाल ओदे एडजॉइनिंग कपल दे विच ਤਾਂ ਇੱਕ ਜਿਹੜਾ ਉਹ ਫੋਰਸ ਹੈਗਾ ਜਿਹੜਾ ਉਹ ਰਿਜ਼ਲਟੈਂਟ ਫੋਰਸ ਹੈ ਉਹਦੀ ਇਕੁਏਸ਼ਨ ਆਫ ਲਾਈਨ ਆਫ ਐਕਸ਼ਨ ਕੀ ਹੋਏਗੀ ਉਹ ਇਸ ਆਰਟੀਕਲ ਦੇ ਵਿੱਚ ਅਸੀਂ ਡਿਰਾਈਵ ਕਰਾਂਗੇ ਜਿਹੜਾ ਇਹ ਰਿਜ਼ਲਟੈਂਟ ਫੋਰਸ ਹੈ ਇਹਦੀ ਇਕੁਏਸ਼ਨ ਲਾਈਨ ਆਫ ਐਕਸ਼ਨ ਇਹਦੀ ਕੀ ਹੋਏਗੀ ਇਸ ਲਾਈਨ ਦੀ ਇਕੁਏਸ਼ਨ ਕੀ ਹੋਏਗੀ ਉਹ ਅਸੀਂ ਡਿਰਾਈਵ ਕਰਨੀ ਹੈ ਇਸ ਆਰਟੀਕਲ 'ਚ let the system of coplanar forces reduces to a single force r through o मान लो ਅਸੀਂ ਰਿਡਿਊਸ ਕਰਕੇ ਆ ਬਣਾਇਆ ਰਿਜ਼ਲਟ ਉਹਦਾ ठीक है फोर्सेस उरे शो नहीं कीतियां जस्ट मैं सीधा उत्थों ही चक रहा जिथे आर्टिकल 14 ਅਸੀਂ क्लोज ਕੀਤਾ ਸੀ ਕਿ ਇੱਕ ਸਿੰਗਲ ਫੋਰਸ ਦੇ ਵਿੱਚ ਇਹ ਕਨਵਰਟ ਹੋ ਗਿਆ ਤੇ ਸਿੰਗਲ ਫੋਰਸ ਦੇ ਨਾਲ ਕੀ ਹੁੰਦਾ ਇੱਕ ਐਡਜॉइनिंग ਕਪਲ ਔਰ ਮੰਨ ਲਓ ਜਿਹੜਾ ਕਪਲ ਹੈ ਕਪਲ ਆਫ ਮੋਮੈਂਟ ਆਏਗਾ ਉਰੇ ਵਰਡ आई विल राइट हियर कपल ऑफ मोमेंट g couple of moment g so the single resultant force is the resultant of r and g which will be equal and parallel to r ਹੁਣ ਇਹਦਾ ਮਤਲਬ ਕੀ ਹੋਇਆ ਆਪਣੇ ਕੋਲ ਇੱਕ ਫੋਰਸ ਹੈ r और ਇਹਦੇ ਨਾਲ ਐਡਜॉइनिंग ਇੱਕ ਕਪਲ ਹੈ ਜਿਸ ਦਾ ਮੋਮੈਂਟ ਹੀ ਮੈਂ g ਨਾਲ ਡਿਨੋਟ ਕਰ ਰਿਹਾ ਸੋ ਇਸੇ ਕਰਕੇ ਉਹਨੂੰ ਐਵੇਂ ਬਣਾਇਆ ਕਪਲ ਉਰੇ ਸ਼ੋ ਨਹੀਂ ਕੀਤਾ ਬਟ ਅਸੀਂ ਪ੍ਰੀਵੀਅਸ ਡਿਸਕਸ਼ਨਸ ਦੇ ਵਿੱਚ ਇਹ ਪੜਿਆ ਹੋਇਆ ਅਗਰ ਇੱਕ ਫੋਰਸ ਹੋਵੇ ਔਰ ਉਹਦੇ ਨਾਲ ਇੱਕ ਕਪਲ ਹੋਵੇ ਐਡਜॉइनिंग ਤਾਂ ਇਹਨਾਂ ਦੋਵਾਂ ਨੂੰ ਮਿਲਾ ਕੇ ਇੱਕ ਸਿੰਗਲ ਫੋਰਸ ਬਣਾਈ ਜਾ ਸਕਦੀ ਹੈ ਔਰ ਉਹ ਸਿੰਗਲ ਫੋਰਸ ਇਸੇ ਫੋਰਸ ਦੇ ਇਕੁਅਲ ਐਂਡ ਪੈਰਲਲ ਹੋਏਗੀ ਆਈ ਵਿਲ ਕਲੀਅਰ ਇਟ ਮੋਰ ਪ੍ਰੀਸਾਈਸਲੀ ਨਾਓ ਜਿਵੇਂ ਆਪਣੇ ਕੋਲ ਇੱਕ ਫੋਰਸ ਹੈ ਰਾਈਟ ਔਰ ਇਸ ਦੇ ਨਾਲ ਇੱਕ ਕਪਲ ਹੈ ਤਾਂ ਇਹਨਾਂ ਦੋਵਾਂ ਨੂੰ ਅਸੀਂ ਇੱਕ ਸਿੰਗਲ ਫੋਰਸ ਦੇ ਵਿੱਚ ਇਕੁਇਵਲੈਂਟ ਕਰ ਸਕਦੇ ਹਾਂ ਔਰ ਉਹ ਜਿਹੜੀ ਸਿੰਗਲ ਫੋਰਸ ਹੈਗੀ ਆ ਉਹ ਅਸੀਂ ਕੱਲ ਦੇ ਪ੍ਰੀਵੀਅਸ ਲੈਕਚਰ ਦੇ ਵਿੱਚ ਕਪਲਸ ਵੀਡੀਓ 4 ਦੇ ਵਿੱਚ ਇਹ ਅਸੀਂ ਪ੍ਰੂਫ ਕੀਤਾ ਸੀ ਕਿ ਇਸ ਸਿੰਗਲ ਫੋਰਸ ਦੇ ਵਿੱਚ ਇਹਨੂੰ ਇਕੁਇਵਲੈਂਟ ਕੀਤਾ ਜਾ ਸਕਦਾ ਹੈ और ये ਜਿਹੜੀ ਸਿੰਗਲ ਫੋਰਸ ਹੈ ਜਿਸ ਦੇ ਨੂੰ ਇਕੁਇਵਲੈਂਟ ਕੀਤਾ ਜਾ ਸਕਦਾ ਉਹ ਇਹਦੇ ਹੀ ਇਕੁਅਲ ਐਂਡ ਪੈਰਲਲ ਹੋਏ ਸੋ ਇਸੇ ਕਰਕੇ ਉਰੇ ਆਪਣੇ ਕੋਲ ਇਹ ਸਟੈਪ ਕੀਤਾ ਜਾ ਰਿਹਾ ਹੈ ਯੂ ਕੈਨ ਸੀ ਨਾਓ ਕਿ the single resultant force is the resultant of r and g which will be equal and parallel to r so ਆ ਵਾਲਾ ਮੈਂ ਬਣਾਇਆ ਹੈਗਾ ਜਿਹੜਾ ਇਸ r ਤੇ g ਦਾ ਇਕੁਇਵਲੈਂਟ ਹੈਗਾ ਉਹ ਬਿਲਕੁਲ r ਦੇ ਇਕੁਅਲ ਐਂਡ r ਦੇ ਪੈਰਲਲ ਬਣਾਉਣਾ ਸੀ ਤਾਂ ਇਸ ਕਰਕੇ ਆ ਜਿਹੜਾ ਨਵਾਂ ਤੁਹਾਨੂੰ r ਨਜ਼ਰ ਆ ਰਿਹਾ ਹੈ ਇਹ ਇਹਨਾਂ ਦੋਵਾਂ ਦਾ ਇਕੁਇਵਲੈਂਟ ਕਰਕੇ ਬਣਾਇਆ ਗਿਆ r ਤੇ g ਦਾ ਇਕੁਇਵਲੈਂਟ ਕਰਕੇ ਐਂਡ ਇਫ xy be any point on this single resultant force ਹੁਣ xy ਇਸ ਸਿੰਗਲ ਰਿਜ਼ਲਟੈਂਟ ਫੋਰਸ ਦੇ ਉੱਪਰ ਆਪਾਂ ਕੋਈ ਵੀ ਪੁਆਇੰਟ ਲੈ ਲਿਆ x, y the algebraic sum of the moment of r through o about the point xy and couple g will be equal to 0 now what does this mean because ਇਸ ਪੁਆਇੰਟ ਇਹ ਵਾਲਾ ਜਿਹੜਾ ਪੁਆਇੰਟ ਹੈ ਆਪਾਂ ਇਸ r ਦੀ ਡਾਇਰੈਕਸ਼ਨ ਦੇ ਉੱਪਰ ਲਿੱਤਾ ਹੈ ਹੁਣ ਇਹ r ਦੀ ਡਾਇਰੈਕਸ਼ਨ ਉੱਪਰ ਲਿੱਤਾ ਹੈ ਇਸ r ਦਾ ਜਿਹੜਾ ਮੋਮੈਂਟ ਹੈ ਮੋਮੈਂਟ ਆਫ r ਅਬਾਊਟ xy moment of r just wait I will show you moment of r about the point x comma y will be equal to 0 why it is 0 because ਇਹ ਵਾਲਾ ਜਿਹੜਾ r ਫੋਰਸ ਆਪਾਂ ਜਿਸ ਦੇ ਵਿੱਚ ਇਹਨੂੰ ਸਾਰੇ ਸਿਸਟਮ ਨੂੰ ਰਿਡਿਊਸ ਕਰ ਲਿਆ ਇੱਕ ਸਿੰਗਲ ਫੋਰਸ ਦੇ ਵਿੱਚ ਇਹ ਕਿਹੜੇ ਪੁਆਇੰਟ ਚੋਂ ਪਾਸ ਕਰ ਰਿਹਾ xy ਚੋਂ ਔਰ ਜਿਹੜੇ ਪੁਆਇੰਟ ਦੇ ਵਿੱਚੋਂ ਫੋਰਸ ਪਾਸ ਕਰਦੀ ਹੋਵੇ ਤਾਂ ਉਸ ਪੁਆਇੰਟ ਦੇ ਅਬਾਊਟ ਮੋਮੈਂਟ ਕੀ ਹੁੰਦਾ ਹੈ 0 ਬਟ ਇਹ ਵਾਲਾ r ਬਣਿਆ ਕਿੱਥੋਂ ਹੈ ਇਹ ਵਾਲਾ r ਇਹਨਾਂ ਦੋ ਚੀਜ਼ਾਂ ਤੋਂ ਬਣਿਆ ਇੱਕ ਫੋਰਸ ਔਰ ਨਾਲ ਉਹਦੇ ਇੱਕ ਕਪਲ ਇਹਨਾਂ ਦੋਵਾਂ ਦਾ ਇਕੁਇਵਲੈਂਟ ਇਹ ਸੀਗਾ ਸੋ ਇਸ ਕਰਕੇ ਇਹ ਵਾਲੀ ਜਿਹੜੀ ਮੋਮੈਂਟ ਹੈ ਇਸ ਨੂੰ ਅਸੀਂ ਲਿਖ ਸਕਦੇ ਹਾਂ ਇਸ r ਦੀ ਜਿਹੜੀ ਮੋਮੈਂਟ ਹੈ it is the algebraic sum of moment of r about xy this time ਇਹ ਵਾਲਾ r ਮੈਂ ਕਿਹੜਾ ਡਿਸਕਸ ਕਰ ਰਿਹਾ ਇਹ ਵਾਲਾ r ਡਿਸਕਸ ਕਰ ਰਿਹਾ algebraic sum of moment of r about xy plus moment of the couple ਕਿਉਂਕਿ ਇਹਨਾਂ ਦੋਵਾਂ ਨੂੰ ਮਿਲਾ ਕੇ ਇਹ ਵਾਲਾ r ਬਣਿਆ ਸੋ ਇਸ r ਦੀ ਮੋਮੈਂਟ ਕਿਸੇ ਵੀ ਪੁਆਇੰਟ ਦੇ ਅਬਾਊਟ ਜੇ ਅਸੀਂ ਕੈਲਕੂਲੇਟ ਕਰਾਂਗੇ ਤਾਂ ਉਹ ਇਸ r ਦੀ ਮੋਮੈਂਟ
और इस कपल दी मोमेंट दे एल्जेब्रिक सम दे बराबर होएगी। सो इसे करके ये नैक्सट पॉइंट तुहानू इत्थे नजर आ रहा हैगा पीपीटी दे विच कि ये उरे लिखिया होया द एल्जेब्रिक सम ऑफ द मोमेंट ऑफ फोर्स आर थ्रू ओ, केड़े वाला आर जेड़ा ओ चो पास कर रहा है, अबाउट द पॉइंट एक्स वाई एंड कपल जी इज इक्वल टू 0। हुण गल यह है कि जे ये वाला एल्जेब्रिक सम आ गया, हुण इस सम दी इस आर दी मोमेंट जेड़ा ओ दे विचों पास कर रहा है, इस एक्स वाई दे अबाउट किवें फाइंड करनी है असीं, तो ਉਹਦੇ ਲਈ ਅਸੀਂ ਉਹੀ ਪ੍ਰੋਸੀਜਰ ਕਰਾਂਗੇ। ਇਸ r ਦੇ ਆ ਦੋ ਕੰਪੋਨੈਂਟਸ ਬਣਾ ਲਾਂਗੇ, ਇੱਕ x ਔਰ ਇੱਕ y। ਔਰ ਅਗਰ ਇਹ ਦੋ ਕੰਪੋਨੈਂਟਸ ਬਣਾ ਲੇ ਤਾਂ ਇਸ ਪੁਆਇੰਟ ਦੇ ਅਬਾਊਟ ਜੇਕਰ ਅਸੀਂ ਇਹਨੂੰ ਫਾਈਂਡ ਕਰਨਾ ਹੈਗਾ, ਸੋ ਇਹੀ ਕੈਲਕੂਲੇਸ਼ਨ ਅੱਗੇ ਤੁਹਾਨੂੰ ਨਜ਼ਰ ਆ ਰਹੀ ਹੈ ਕੀਤੀ ਹੋਈ ਹੈ। ਇਹ ਦੇਖੋ xy yx। ਸੋ ਜਿਵੇਂ ਅਸੀਂ ਪ੍ਰੀਵੀਅਸ ਵੀਡੀਓ ਦੇ ਵਿੱਚ ਪ੍ਰੀਵੀਅਸ ਆਰਟੀਕਲ ਦੇ ਵਿੱਚ ਇਹ ਫਾਈਂਡ ਕੀਤਾ ਸੀ ਕਿ ਕਿਸੇ ਵੀ ਫੋਰਸ ਨੂੰ ਅਗਰ ਅਸੀਂ ਐਵੇਂ ਬਣਾਉਂਦੇ ਆ, ਬ੍ਰੇਕ ਕਰਦੇ ਆ, ਸੋ ਇਹ ਵਾਲਾ ਪੁਆਇੰਟ ਹੋ ਗਿਆ एक्स वाई, ठीक है। ਇਹਦੇ ਅਬਾਊਟ ਜੇਕਰ ਮੂਵਮੈਂਟ ਕੱਢਣੀ ਹੈਗੀ ਆ ਤਾਂ ਇਹ ਆਪਣੇ ਕੋਲ ਆ ਜਾਏਗਾ डिस्टेंस ਇਹ ਵਾਲਾ स्मॉल x ਔਰ ਇਹ ਵਾਲਾ डिस्टेंस ਹੋ ਗਿਆ स्मॉल y। ਸੋ ਅਗਰ ਇਸ ਦੀ ਮੂਵਮੈਂਟ ਆਪਾਂ ਕੱਢੀਏ y ਦੀ ਮੂਵਮੈਂਟ ਅਗਰ ਆਪਾਂ ਕੱਢੀਏ, y ਦਾ ਪਰਪੈਂਡੀਕੂਲਰ डिस्टेंस ਕਿਹੜਾ ਹੋਇਆ, ਆ ਵਾਲਾ ਜਿਹੜਾ x ਹੈ, ਔਰ x ਦਾ ਪਰਪੈਂਡੀਕੂਲਰ डिस्टेंस ਕਿਹੜਾ ਹੋਇਆ, ਜਿਹੜਾ y ਹੈ। ਸੋ ਇਟ ਵਿਲ ਬੀ xy yx ਐਂਡ ਪਲੱਸ ਆਪਾਂ ਕੀ ਕਰਨਾ ਸੀਗਾ, प्लस कपल द मोमेंट। सो आ इक्वेशन साडे कोल आ गई xy yx इक्वल टू g। दिस इज द इक्वेशन ऑफ द लाइन ऑफ एक्शन ऑफ द सिंगल रिजल्टेंट फोर्स। नाउ वी विल डिस्कस इट्स न्यूमेरिकल्स, then it will be more clear to you। So this is the numerical based on this article। Forces of magnitude p, 2p, 3p and 4p act along the sides AB, BC, CD and DA respectively of a square ABCD। Determine the point E on the side BC about which algebraic sum of moment of the forces is 0। Also find the magnitude, direction and the line of action of the resultant। So what does this question says? This question says we have forces P, 2P बनाई हुई हैं उरे, ये तुसी देख सकते हो। एक फोर्स P ये बनाई हुई है, 2P, 3P and 4P act along the sides of a square। sides mentioned सीगियां उसी अकॉर्डिंग लेती हैं AB, BC, CD and DA। एक पॉइंट E ਅਸੀਂ डिटरमिन करना है ऑन द साइड BC, जेड़ा वो पॉइंट है वो BC साइड ਦੇ ਉੱਪਰ ਹੋਵੇ, और BC क्योंकि वर्टिकल है, so I have taken AB as the x axis and this AD as the y axis। so any point on this line will A comma y is the side of the square। I have supposed the side of the square is A units। So the horizontal distance will be fixed A and y will vary, so A comma y, and determine the point E। Now we have to find this point E, that means I have to find the y coordinates because A तो अपने को side of the square होगी, about which the algebraic sum of the moments of the forces is 0। तो इस point E ਦੀ वैल्यू ਅਸੀਂ find करनी है कि ਇਹਨਾਂ ਸਾਰੀਆਂ forces ਦਾ ਜਿਹੜਾ moments ਦਾ sum है वो किदे बराबर हो जाए, 0 ਦੇ बराबर हो जाए। Also find the magnitude, direction and the line of action of the resultant। then we will find कि ਇਹਨਾਂ ਦਾ ਜਿਹੜਾ equivalent resultant ਆਏਗਾ ਚਾਰੋਂ forces ਦਾ, ਉਹਦਾ ਕੀ magnitude ਹੈ, ਉਹਦੀ ਕੀ direction ਹੈ ਔਰ ਕੀ ਉਸਦੀ line of action ਦੀ equation ਹੈ। so let us see ਕਿਵੇਂ solve ਕਰਨਾ ਹੈ। A ਨੂੰ origin ਲੈ ਲਿਆ, AB as x axis, AD as y axis। E ਇੱਕ point ਲੈਣਾ ਸੀ on BC, ਉਹ ਅਸੀਂ ਲੈ ਲਿਆ, and we are given algebraic sum of moment of all forces about E equal to 0। यही कंडीशन के अंडर ਅਸੀਂ ਕੰਮ करना सी। सो पहला इस P फोर्स की मोमेंट ਆਪਾਂ ਕੱਢੀਏ इस पॉइंट के अबाउट, तो इस पॉइंट तो आ परपेंडिकुलर आही वाला हो गया ਜਿਹੜਾ ਅਸੀਂ ਡਰਾ ਕੀਤਾ ਹੈ। सो इस दी लेंथ हैगी है y, so it is P into y। now you can see it is also taken it to the anti-clock sense, so that's why positive। 2p ਦੇ ਲਈ 0 ਆ ਜਾਏਗਾ ਕਿਉਂਕਿ 2p ਜਿਹੜਾ ਹੈ ਇਸ ਪੁਆਇੰਟ ਦੇ ਵਿੱਚੋਂ ਹੀ ਪਾਸ ਕਰ ਰਿਹਾ ਹੈਗਾ। 3p ਦੇ ਲਈ a minus y ਹੋ ਗਿਆ। 3p ਦੇ ਲਈ ਕਿਉਂਕਿ ਆ ਫੋਰਸ ਹੈਗੀ ਆਪਣੇ ਕੋਲ, ਇਸ ਤੋਂ ਆਪਾਂ ਨੇ ਇਸ ਦੇ ਲਾਈਨ ਆਫ ਐਕਸ਼ਨ ਤੇ ਪਰਪੈਂਡੀਕੂਲਰ ਡਰਾ ਕੀਤਾ ਹੋਇਆ, ਤਾਂ ਉਹ ਪਰਪੈਂਡੀਕੂਲਰ ਆਪਣੇ ਕੋਲ ਅੰਨੀ ਕੀ ਲੈਂਥ ਹੀ ਹੋਗੀ, ਦਿਸ ਵਨ EC ਓਨਲੀ। E ਤੋਂ ਆਪਾਂ ਨੇ ਪਰਪੈਂਡੀਕੂਲਰ ਡਰਾ ਕਰਨਾ ਸੀ 3p ਦੇ ਉੱਪਰ। ਸੋ ਇਸ ਦੀ ਲੈਂਥ ਕਿੰਨੀ ਹੈ, ਪੂਰੀ ਸਾਈਡ ਦੀ ਲੈਂਥ A ਹੈ ਔਰ ਅੰਨੀ ਕੀ ਲੈਂਥ ਆਪਣੇ ਕੋਲ y ਹੈ। ਸੋ ਇਟ ਵਿਲ ਬੀ A minus y। ਸੋ 3p ਦੇ ਨਾਲ A minus y ਔਰ 4p ਦੇ ਲਈ A ਹੋ ਗਿਆ। this is the whole distance, ये पूरे दा पूरा distance 4p ਦੇ ਲਈ E ਤੋਂ।
और इसनु 0 करके ਅਸੀਂ y ਦੀ ਵੈਲਿਊ ਫਾਈਂਡ ਕਰ ਲਈ, that is 7/2a. so e point ਅਸੀਂ ਫਾਈਂਡ ਕਰਕੇ ਦਿੱਤਾ, that means be is 7/2 bc, ਕਿਉਂਕਿ a ਲੈਂਥ ਆਪਣੇ ਕੋਲ bc ਦੀ ਸੀਗੀ। ਹੁਣ ਅਗਲੀ ਗੱਲ ਤੇ ਆਉਨੇ ਆ। ਅਗਲੀ ਗੱਲ ਉਹਨੇ ਕਹੀ ਕਿ ਰਿਜ਼ਲਟੈਂਟ ਦਾ ਮੈਗਨੀਟਿਊਡ, ਉਹਦੀ ਡਾਇਰੈਕਸ਼ਨ ਤੇ ਰਿਜ਼ਲਟੈਂਟ ਦੀ ਲਾਈਨ ਆਫ ਐਕਸ਼ਨ ਉਹ ਫਾਈਂਡ ਕਰਕੇ ਦੋ। ਸੋ ਉਹਦੇ ਲਈ ਅਸੀਂ ਕੀ ਕਰਾਂਗੇ, ਹੌਰੀਜ਼ੌਂਟਲੀ ਐਂਡ ਵਰਟੀਕਲੀ ਸਾਰੀਆਂ ਫੋਰਸਿਸ ਦੇ ਕੰਪੋਨੈਂਟਸ ਬਣਾਵਾਂਗੇ। ਸੋ ਹੌਰੀਜ਼ੌਂਟਲ ਕੰਪੋਨੈਂਟ ਹੋ ਗਿਆ p - 3p, ਕਿਉਂਕਿ ਇੱਧਰ ਨੂੰ p ਜਾ ਰਿਹਾ ਔਰ 3p ਆਪੋਜ਼ਿਟ ਸੀਗਾ। ਸੋ ਇਸ ਦੇ ਅਲੋਂਗ ਜੇ ਆਪਾਂ ਇਹਦਾ ਰਿਜ਼ੋਲਵ ਪਾਰਟ ਦੇਖਣਾ ਹੈ ਤਾਂ ਉਹ -3p ਕਰਕੇ ਆਏਗਾ। ਤੇ ਇਹਨਾਂ ਦੋਵਾਂ ਦਾ ਹੌਰੀਜ਼ੌਂਟਲ ਦੇ ਅਲੋਂਗ ਰਿਜ਼ੋਲਵ ਪਾਰਟ 0 ਹੈ, ਕਿਉਂਕਿ ਇਹ ਦੋਵੇਂ ਆਪ ਹੀ ਵਰਟੀਕਲ ਹੈ। ਸੋ ਇਸ ਡਾਇਰੈਕਸ਼ਨ 'ਚ ਫਿਰ ਨਾਲ ਕੀ ਹੋ ਜਾਏਗਾ, 2p - 4p। ਵਰਟੀਕਲ ਦੇ ਅਲੋਂਗ ਇਹਨਾਂ ਦੋਵਾਂ ਦਾ ਹੀ ਆਏਗਾ, ਇਹਨਾਂ ਦੋਵਾਂ ਦਾ 0 ਹੋ ਜਾਏਗਾ। ਸੋ -2p, ਸੋ ਇਕੁਇਵਲੈਂਟਲੀ ਦਾ ਰਿਜ਼ਲਟੈਂਟ ਵਿਲ ਬੀ, the magnitude of the resultant will be √x² + y² solve करोगे 2√2p. this is the same procedure which we have done in the question of moments also. पूरे तक same वही चीज हैगी है। डायरेक्शन जे फाइंड करनी हुंदी है, डायरेक्शन दे ਲਈ ਤੁਸੀਂ tan θ is y/x करके फाइंड कर सकते हो। जे उरे मिसिंग है, you can find the direction like this. so y/x कर लो, you will get the direction of the resultant also. now equation of the line, equation of the line ਦਾ ਫਾਰਮੂਲਾ ਅਸੀਂ ਹੁਣੀ ਸਟੱਡੀ ਕੀਤਾ, that was xy minus yx, okay, xy minus yx plus g equals to g ਹੋ ਗਿਆ ਸੀਗਾ। ਉੱਥੇ ਆਪਾਂ g ਨੂੰ ਉਧਰ ਲੈ ਜਾ ਕੇ ਉਹਨੂੰ ਮਾਈਨਸ ਚ ਕਨਵਰਟ ਕਰਤਾ ਸੀ। ਸੋ ਜੇ ਇਕੁਏਸ਼ਨ ਆਫ ਲਾਈਨ ਆਫ ਐਕਸ਼ਨ ਫਾਈਂਡ ਕਰਨੀ ਹੈ ਰਿਜ਼ਲਟੈਂਟ ਦੀ, ਸੋ ਕੈਪੀਟਲ x ਦੇ ਨਾਲ ਸਮਾਲ x, ਕੈਪੀਟਲ y ਦੇ ਨਾਲ, this was capital Y also, -2p, capital Y ਦੇ ਨਾਲ small x ਔਰ capital X ਦੇ ਨਾਲ small y, and equals to g. g ਦੀ ਵੈਲਿਊ ਕੀ ਸੀਗੀ, g was the moment of the couple. so moment of the couple ਕਿਵੇਂ ਫਾਈਂਡ ਕਰੀਦੀ ਹੈ, it is the algebraic sum of the moments of all the forces about A. ਇੱਕ ਐਸੇ ਕੰਫਰਟੇਬਲ ਪੁਆਇੰਟ ਨੂੰ ਚੂਜ਼ ਕਰ ਲਈਦਾ ਜਿਹਦੇ ਨਾਲ ਅਸੀਂ ਮੋਮੈਂਟਸ ਨੂੰ ਈਜ਼ੀਲੀ ਕੈਲਕੂਲੇਟ ਕਰ ਸਕੀਏ। ਸੋ A ਪੁਆਇੰਟ ਅਸੀਂ ਚੂਜ਼ ਕੀਤਾ, ਇਹਦੇ ਅਬਾਊਟ ਮੋਮੈਂਟਸ ਅਸੀਂ ਕੈਲਕੂਲੇਟ ਕੀਤੀਆਂ। ਉਹ ਸੇਮ ਉਹੀ ਮੈਥਡ ਹੈਗਾ, ਫੋਰਸ ਇਨਟੂ ਇਟਸ ਡਿਸਟੈਂਸ, ਪਰਪੈਂਡੀਕੂਲਰ ਡਿਸਟੈਂਸ, ਉਹ ਲਗਾ ਕੇ 5AP ਆ ਜਾਏਗਾ। ਦਿਸ ਵਿਲ ਬੀ ਦਾ ਵੈਲਿਊ ਆਫ G। ਸੋ ਉਸ ਫਾਰਮੂਲੇ ਦੇ ਵਿੱਚ ਅਸੀਂ ਉਰੇ ਸਬਸਟੀਟਿਊਟ ਕਰ ਦਿੱਤੀ। ਸੋ ਇਹ ਆਪਣੇ ਕੋਲ ਇਕੁਏਸ਼ਨ ਆਫ ਦਾ ਰਿਜ਼ਲਟੈਂਟ ਆ ਗਈ, ਇਕੁਏਸ਼ਨ ਆਫ ਦਾ ਲਾਈਨ ਆਫ ਐਕਸ਼ਨ ਆਫ ਦਾ ਰਿਜ਼ਲਟੈਂਟ ਆ ਗਈ। ਇਨ ਦਿਸ ਵੇ ਆਰਟੀਕਲ ਨੰਬਰ 15 ਦੇ ਜਿਹੜੇ ਕੁਐਸਚਨਸ ਹੈ ਤੁਸੀਂ ਕਰ ਲੈਣੇ ਹੈ।